ਅੱਜ ਦੀ ਪਾਵਨ ਵਿਚਾਰ 347 ਅੰਕ ਤੋਂ ਆਸਾ ਰਾਗ ਤੋਂ ਆਰੰਭ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਹੁਣ ਰਾਗ ਆਸਾ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਸੰਪੂਰਨ ਮੰਗਲ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕਰਨਾ ਕੀਤਾ ਹੈ। ਰਾਗ ਦੀ ਆਰੰਭਤਾ ਹੈ। ਇੱਕ ਓੰਕਾਰ ਮਾਲਕ ਅਕਾਲ ਪੁਰਖ ਇੱਕ ਹੈ, ਸੱਚ ਸੱਚਾ ਹੈ। ਉਹਦਾ ਨਾਮ ਜਿਹੜਾ ਉਹ ਸਦਾ ਹੋਂਦ ਵਾਲਾ ਹੈ। ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਉਹਦੇ ਵਿੱਚ ਵਿਆਪਕ ਵੀ ਆਪ ਹੈ। ਨਿਰਭਉ ਹੈ, ਉਹ ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਭੈ ਨਹੀਂ ਹੈ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਉਹਦਾ ਸਰੂਪ, ਉਹਦੀ ਹਸਤੀ ਹੈ ਜਿਹੜੀ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਸਮਾਂ ਉਹਦੀ ਹਸਤੀ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦਾ ਹੈ। ਅਤੇ ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਭਾਵ ਕਿ ਉਹ ਨਾਸ਼ ਰਹਿਤ ਹੈ। ਕਹਿਣ ਦਾ ਭਾਵ ਕਿ ਜੇ ਉਹ ਜੂਨੀ ਹੁੰਦਾ, ਜੂਨਾਂ ਵਿੱਚ ਆਉਂਦਾ ਹੁੰਦਾ ਤੇ ਫੇਰ ਕੀ ਹੈ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਵੀ ਪੈਣਾ ਸੀ। ਕਿਉਂਕਿ ਜਿੰਨੀਆਂ ਵੀ ਇਹ ਜੂਨਾਂ ਨੇ ਜਾਂ ਜਿੰਨੇ ਕਿਸਮ ਦੇ ਜੀਵ ਆਦਿ ਪੈਦਾ ਹੁੰਦੇ ਨੇ, ਚਾਹੇ ਉਹ ਜੀਵ ਹੈ ਚਾਹੇ ਉਹ ਨਿਰਜੀਵ ਹੈ, ਕੋਈ ਵੀ ਵਸਤ ਹੈ ਸਾਨੂੰ ਅੱਖਾਂ ਦੇ ਨਾਲ ਨਜ਼ਰ ਆਉਂਦੀ, ਨਹੀਂ ਵੀ ਨਜ਼ਰ ਆਉਂਦੀਆਂ ਕਈ, ਉਹਨਾਂ ਸਾਰਿਆਂ ਦੇ ਉੱਤੇ ਸਮੇਂ ਦਾ ਪ੍ਰਭਾਵ ਪੈ ਰਿਹਾ ਹੈ। ਪਰ ਹੁਣ ਇੱਥੇ ਕਹਿ ਰਹੇ ਕਿ ਉਹ ਅਕਾਲ ਮੂਰਤ ਵੀ ਹੈ ਅਤੇ ਅਜੂਨੀ, ਅਜੂਨਾਂ 'ਚ ਨਹੀਂ ਆਉਂਦਾ। ਸੈਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਸਵੈਭੂ, ਭਾਵ ਆਪਣੇ ਆਪ ਤੋਂ ਹੀ ਪੈਦਾ ਹੋਇਆ ਉਹ। ਗੁਰ ਪ੍ਰਸਾਦ, ਅਜਿਹਾ ਮਾਲਕ, ਅਜਿਹਾ ਪਰਮੇਸ਼ਰ, ਅਜਿਹਾ ਰੱਬ, ਅਜਿਹਾ ਅਕਾਲ ਪੁਰਖ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਰਾਗ ਆਸਾ ਮਹਿਲਾ ਪਹਿਲਾ ਘਰ ਪਹਿਲਾ ਸੋ ਦਰ। ਰਾਗ ਆਸਾ ਆਰੰਭ ਹੋ ਰਿਹਾ ਹੈ। ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੁਣ ਆਰੰਭ ਹੋ ਰਹੀ ਹੈ। ਘਰ ਪਹਿਲਾ ਅਤੇ ਘਰ ਵੀ ਪਹਿਲਾ ਹੈ ਜਦੋਂ ਇਹਦਾ ਤਾਲ ਰੂਪ ਦੇ ਵਿੱਚ ਗਾਇਨ ਹੋਏਗੀ। ਸੋ ਦਰ, ਨਾਮ ਕੀ ਹੈ ਬਾਣੀ ਦਾ ਜੋ ਆਰੰਭ ਹੋ ਰਹੀ ਹੈ? ਸੋ ਦਰ, ਭਾਵ ਉਹ ਦਰ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੇ। ਸੋ ਦਰ ਕਿਹਾ ਸੋ ਘਰ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਕਿਹੋ ਜਿਹਾ? ਆਖਣ ਲੱਗੇ ਕਿ ਹੇ ਮਾਲਕ ਅਕਾਲ ਪੁਰਖ, ਕਿ ਉਹ ਦਰ ਕਿਹੋ ਜਿਹਾ, ਭਾਵ ਕਿਤਨਾ ਅਚਰਜ ਹੈ, ਕਿੰਨਾ ਕੁ ਜਿਹੜਾ ਹੈ ਉਹ ਵਧੀਆ ਹੈ, ਚੰਗਾ ਹੈ। ਭਾਵ ਉਹ ਦਰ, ਉਹ ਘਰ ਬੜਾ ਹੀ ਅਚਰਜ ਹੈ, ਜਿੱਥੇ ਬੈਠ ਕੇ ਜਿੱਥੇ ਬੈਠ ਕੇ ਬਹਿ ਕੇ ਸਰਬ ਸੰਭਾਲੇ, ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ। ਭਾਵ ਉਹ ਥਾਂ, ਉਹ ਦਰ, ਉਹ ਸਥਾਨ ਕਿੰਨਾ ਕੁ ਵਧੀਆ ਹੋਏਗਾ, ਭਾਵ ਕਿੰਨਾ ਕੁ ਅਚਰਜ ਹੈ, ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ, ਸਾਰੇ ਬ੍ਰਹਮੰਡਾਂ ਦੀ, ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣਹਾਰੇ। ਵਾਵਣਹਾਰੇ ਭਾਵ ਵਜਾਉਣ ਵਾਲੇ। ਆਖਣ ਲੱਗੇ ਨਾਦ ਤੋਂ ਭਾਵ
आवाज नाद राग। आखन लगे तेरी इस रची हुई कुदरत विच अनेकां ते अणगिणत वाजे ते राग ने, ते बेअंत ही जीव उन्हां वाजियां नूं वजाउण वाले हन। केते तेरे राग परे स्यों कहीए, केते तेरे गावण हारे। गावन तुदनो पौण पाणी बैसंतर, गावै राजा धर्म दुआरे। गावन तुदनो चित गुप्त लिख जानन, लिख लिख धर्म विचारे। विचारे ब्यारी है। केते तेरे राग परी स्यों कहीए, केते तेरे गावन हारे। परी भाव राग ते रागणियां ने ਜਿਹੜੀਆਂ, स्यों भाव उन्हां दे समेत उन्हां सने। आखन लगे रागणियां सने समेत बेअंत ही राग आखे जाते ने, कहे जाते ने, ਅਤੇ ਅਨੇਕਾਂ ਹੀ ਜੀਵ ਇਹਨਾਂ ਰਾਗਾਂ ਦੇ ਗਾਉਣ ਵਾਲੇ ਹਨ। ਭਾਵ ਜੋ ਤੈਨੂੰ ਇਹਨਾਂ ਰਾਗਾਂ ਰਾਹੀਂ ਗਾ ਰਹੇ ਹਨ। ਗਾਵਨ ਤੁਧਨੋਂ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਆਖਣ ਲੱਗੇ ਹੇ ਨਿਰੰਕਾਰ ਮਾਲਕ ਜੀਓ, ਹਵਾ ਪਾਣੀ ਅੱਗ ਤੇਰੇ ਗੁਣ ਗਾ ਰਹੇ ਹਨ। ਧਰਮ ਰਾਜ ਤੇਰੇ ਦਰ ਤੇ ਖਲੋ ਕੇ ਵੀ ਤੈਨੂੰ ਕੀ ਹੈ ਗਾ ਰਿਹਾ ਹੈ, ਤੇਰੀ ਵਡਿਆਈ ਕਰ ਰਿਹਾ ਹੈ। ਹੁਣ ਇੱਥੇ ਗੱਲ ਆਈ ਹੈ ਪੌਣ ਪਾਣੀ ਅਤੇ ਬੈਸੰਤਰ ਕੀ ਅੱਗ ਹਵਾ ਤੇ ਪਾਣੀ ਵੀ ਤੈਨੂੰ ਗਾ ਰਹੇ ਹਨ। ਕਹਿਣ ਦਾ ਭਾਵ ਉਹ ਵੀ ਤੇਰੀ ਰਜ਼ਾ ਵਿੱਚ ਚੱਲ ਰਹੇ ਨੇ, ਉਹ ਵੀ ਤੇਰੇ ਭਾਣੇ ਵਿੱਚ ਨੇ। ਕਹਿਣ ਦਾ ਭਾਵ ਤੇਰੇ ਭਾਣੇ ਨੂੰ ਮੰਨ ਰਹੇ ਹੈ, ਭਾਵ ਤੇਰੀ ਵਡਿਆਈ ਕਰ ਰਹੇ ਨੇ, ਉਹ ਤੇਰੇ ਭਾਣੇ ਤੋਂ ਬਾਹਰ ਨਹੀਂ ਹਨ। ਹਵਾ ਵੀ ਤੇਰੇ ਭਾਣੇ ਵਿੱਚ ਹੈ, ਅੱਗ ਵੀ ਤੇਰੇ ਭਾਣੇ ਵਿੱਚ ਹੈ, ਅਤੇ ਪੌਣ ਪਾਣੀ ਅਤੇ ਇਹ ਸਾਰੇ ਹੀ ਤੇਰੇ ਭਾਣੇ ਵਿੱਚ ਨੇ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਹੁਣ ਉੱਤੇ ਆਇਆ ਹੈ ਧਰਮ ਦੁਆਰੇ, ਭਾਵ ਕਿ ਰਾਜਾ ਧਰਮ ਹੈ ਜਿਹੜਾ ਕਿ ਉਹ ਵੀ ਤੈਨੂੰ ਗਾ ਰਿਹਾ। ਭਾਵ ਜੋ ਉਸ ਸਮੇਂ ਮੰਨਿਆ ਜਾ ਰਿਹਾ, ਤੇ ਸਤਿਗੁਰੂ ਜੀ ਆਖਦੇ ਕਿ ਧਰਮ ਰਾਜ ਵੱਡਾ ਨਹੀਂ ਹੈ। ਧਰਮ ਰਾਜ ਵੀ ਜੇ ਤੁਸੀਂ ਮੰਨਦੇ ਹੋ ਤੇ ਉਹ ਵੀ ਉਸ ਮਾਲਕ ਨੂੰ ਗਾ ਰਿਹਾ, ਭਾਵ ਉਹ ਵੀ ਉਹਦੇ ਭਾਣੇ ਦੇ ਵਿੱਚ ਹੈ। ਅਤੇ ਇੱਥੇ ਆਇਆ ਸ਼ਬਦ ਫਿਰ ਚਿੱਤ ਗੁਪਤ, ਭਾਵ ਕਿ ਉਹ ਵਿਅਕਤੀਆਂ ਜੋ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖਦੇ ਹੈ। ਇਹ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ, ਪੁਸਤਕਾਂ ਦੇ ਵਿੱਚ ਇਹ ਖਿਆਲ ਜਿਹੜਾ ਹੈ ਉਹ ਲਿਖਿਆ ਹੋਇਆ ਮਿਲਦਾ ਹੈ। ਕਹਿਣ ਲੱਗੇ ਕਿ ਜੋ ਵੀ ਇਹਨਾਂ ਨੂੰ ਮੰਨਦਾ, ਆਖਣ ਲੱਗੇ ਕਿ ਉਹ ਚਿੱਤਰਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਨੇ, ਅਤੇ ਜਿਨ੍ਹਾਂ ਦੇ ਲਿਖੇ ਹੋਏ ਫਿਰ ਕੀ ਹੈ ਲਿਖ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਕਹਿੰਦਾ ਉਹਨਾਂ ਦਾ ਲਿਖਿਆ ਹੋਇਆ ਧਰਮ ਰਾਜ ਵਿਚਾਰਦਾ ਹੈ ਨਾ, ਆਖਣ ਲੱਗੇ ਉਹ ਵੀ ਤੇਰੀਆਂ ਵਡਿਆਈਆਂ ਕਰ ਰਹੇ ਨੇ। ਭਾਵ ਸਭ ਕੁਝ ਹੀ ਤੇਰੇ ਭਾਣੇ ਵਿੱਚ ਹੈ, ਤੇਰੀ ਵਡਿਆਈ ਕਰ ਰਹੇ, ਤੈਨੂੰ ਗਾ ਰਹੇ ਹਨ। ਇਹ ਹੈ ਜਾਂ ਨਹੀਂ ਹੈ ਇਹਦੇ ਨਾਲ ਕੋਈ ਸੰਬੰਧ ਨਹੀਂ। ਇਹ ਕੀ ਹੈ, ਉਹ ਸ਼ਬਦ ਨੇ ਜਿਹੜੇ ਸਮਾਜ ਦੇ ਵਿੱਚ ਜਾਂ ਉਹ ਪਰੰਪਰਾਵਾਂ ਨੇ ਮੰਨੀਆਂ ਜਾ ਰਹੀਆਂ ਨੇ। ਹੈ ਜਾਂ ਨਹੀਂ ਹੈ ਇਹਦੇ ਨਾਲ ਸੰਬੰਧ ਨਹੀਂ। ਕਹਿਣ ਦਾ ਭਾਵ ਕਿ ਸਾਰੀ ਸ੍ਰਿਸ਼ਟੀ ਹੀ ਤੈਨੂੰ ਗਾ ਰਹੀ ਹੈ, ਤੈਨੂੰ ਵਡਿਆ ਰਹੀ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਵਿਚਾਰੇ ਆਖਣ ਲੱਗੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਆਖਣ ਲੱਗੇ ਹੇ ਅਕਾਲ ਪੁਰਖ, ਦੇਵੀਆਂ, ਸ਼ਿਵ
ਅਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਨੇ, ਤੇਰੇ ਬਣਾਏ ਹੋਏ ਨੇ ਅਤੇ ਸ਼ੋਭਾ ਪਾ ਰਹੇ ਹਨ ਅਤੇ ਤੈਨੂੰ ਗਾ ਰਹੇ ਹਨ। ਸੋਹਣ ਤੇਰੇ ਸਦਾ ਸਵਾਰੇ, ਇਹ ਗਾਵਣ ਤੁਧ ਨੂੰ, ਇਹ ਵੀ ਤੈਨੂੰ ਹੀ ਗਾ ਰਹੇ ਹੈ, ਤੈਨੂੰ ਹੀ ਵਡਿਆ ਰਹੇ ਨੇ। ਗਾਵਨ ਤੁਧਨੋ ਇੰਦਰ, ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਇੰਦਰਾਸਨ ਭਾਵ ਇੰਦਰ ਆਸਨ, ਇੰਦਰ ਦੇ ਆਸਨ ਉੱਤੇ। ਆਖਣ ਲੱਗੇ ਕਿ ਕਈ ਇੰਦਰ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੈਨੂੰ ਕੀ ਹੈ ਸਲਾਹ ਰਹੇ ਹਨ, ਤੈਨੂੰ ਗਾ ਰਹੇ ਹਨ, ਤੇਰੀ ਵਡਿਆਈ ਕਰ ਰਹੇ ਹਨ। ਗਾਵਨ ਤੁਧਨੋ ਇੰਦਰ, ਇੰਦਰਾਸਨ ਬਹੁਵਚਨ ਦੇ ਵਿੱਚ, ਇੱਕ ਇੰਦਰ ਦੀ ਗੱਲ ਨਹੀਂ ਇੱਥੇ। ਆਖਣ ਲੱਗੇ ਤੇਰੀ ਸ੍ਰਿਸ਼ਟੀ ਵਿੱਚ ਬੇਅੰਤ ਹੀ ਇੰਦਰ ਨੇ, ਬੇਅੰਤ ਹੀ ਸ਼ਿਵ ਜੀ ਨੇ, ਬੇਅੰਤ ਹੀ ਬ੍ਰਹਮਾ ਜੀ ਨੇ, ਬੇਅੰਤ ਹੀ ਦੇਵੀਆਂ ਨੇ। ਉਹ ਸਾਰੇ ਤੈਨੂੰ ਹੀ ਗਾ ਰਹੇ ਹਨ, ਸਲਾਹ ਰਹੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਆਖਣ ਲੱਗੇ ਕਿ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਤੈਨੂੰ ਵਡਿਆ ਰਹੇ ਹਨ ਅਤੇ ਸਾਧ ਵਿਚਾਰ ਕਰ ਕਰਕੇ ਤੈਨੂੰ ਸਲਾਹ ਰਹੇ ਹਨ। ਭਾਵ ਹਰ ਕੋਈ ਤੇਰੇ ਦਰ ਤੇ ਵਡਿਆਈ ਕਰ ਰਿਹਾ ਹੈ, ਤੈਨੂੰ ਗਾ ਰਿਹਾ ਹੈ ਅਤੇ ਤੇਰੇ ਤੋਂ ਹੀ ਜਿਹੜੀਆਂ ਉਹ ਦਾਤਾਂ ਦੀ ਵੀ ਮੰਗ ਕਰ ਰਿਹਾ ਹੈ। ਕਹਿਣ ਦਾ ਭਾਵ ਕੋਈ ਵੀ ਮਨੁੱਖ ਭਾਵੇਂ ਸਿੱਧੀ ਸਿੱਧ ਆਸਨ ਕਰਦਾ ਹੈ, ਕੋਈ ਕੁਝ ਕਰਦਾ ਹੈ, ਕੋਈ ਜੰਗਲਾਂ 'ਚ ਜਾਂਦਾ ਹੈ, ਕੋਈ ਸਮਾਧੀਆਂ ਲਾਉਂਦਾ, ਜਪ ਕਰਦਾ, ਤਪ ਕਰਦਾ, ਕਿਸੇ ਅੱਗੇ ਤੇ ਉਹ ਕਰ ਰਿਹਾ ਨਾ। ਭਾਵ ਕਿ ਕੋਈ ਤਾਂ ਉਹਦੇ ਅੰਦਰ ਭਾਵਨਾ ਹੈ ਜਿਹਦੇ ਕਰਕੇ ਉਹ ਵਡਿਆਈ ਕਰ ਰਿਹਾ ਕਿ ਮੈਨੂੰ ਆਹ ਪ੍ਰਾਪਤੀ ਹੋ ਜਾਏ, ਆਹ ਪ੍ਰਾਪਤੀ ਹੋ ਜਾਏ। ਇਸ ਕਰਕੇ ਇਹ ਸਾਰੇ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹੇ ਰਖੀਸ਼ੁਰ, ਜੁਗ ਜੁਗ ਬੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਜਤੀ, ਜਤ ਰੱਖਣ ਵਾਲੇ। ਸਤੀ ਭਾਵ ਦਾਨ ਕਰਨ ਵਾਲੇ, ਦਾਨੀ। ਸੰਤੋਖੀ, ਸੰਤੋਖ ਜਿਨ੍ਹਾਂ ਕੋਲ, ਭਾਵ ਜਿਨ੍ਹਾਂ ਨੂੰ ਸੰਤੋਖ ਆ ਗਿਆ, ਸੰਤੋਖ ਰੱਖਣ ਵਾਲੇ। ਕਿ ਜਤ ਧਾਰੀ, ਦਾਨ ਕਰਨ ਵਾਲੇ, ਦਾਨੀ ਤੇ ਸੰਤੋਖ ਵਾਲੇ ਪੁਰਸ਼ ਵੀ ਕੀ ਹੈ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋ ਵੀਰ ਕਰਾਰੇ। ਆਖਣ ਲੱਗੇ ਬੇਅੰਤ ਕਰਾਰੇ ਭਾਵ ਤਕੜੇ ਸੂਰਮੇ, ਤਕੜੇ ਵੀਰ ਬਹਾਦਰ ਜਿਹੜੇ ਨੇ ਉਹ ਤੇਰੀਆਂ ਵਡਿਆਈਆਂ ਕਰ ਰਹੇ ਹਨ। ਗਾਵਨ ਤੁਧਨੋ ਪੰਡਿਤ ਪੜ੍ਹੇ ਰਖੀਸ਼ੁਰ, ਜੁਗ ਜੁਗ ਬੇਦਾਂ ਨਾਲ ਲਿਖਿਆ ਰੱਖਣਾ ਹੈ। ਗਾਵਨ ਤੁਧਨੋ ਪੰਡਿਤ ਪੜ੍ਹੇ ਰਖੀਸ਼ੁਰ, ਸੱਸੇ ਨੂੰ ਔਂਕੜਾ ਰਖੀਸ਼ੁਰ, ਰਖੀ ਈਸ਼ਵਰ। ਆਖਣ ਲੱਗੇ ਕਿ ਇਹ ਅਕਾਲ ਪੁਰਖ ਪੜ੍ਹੇ ਹੋਏ ਪੰਡਿਤ ਤੇ ਮਹਾਂਰਖੀ ਵੇਦਾਂ ਸਣੇ ਹੀ ਤੈਨੂੰ ਗਾ ਰਹੇ ਹਨ, ਤੈਨੂੰ ਸਲਾਹ ਰਹੇ ਹਨ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮਛ ਪਿਆਲੇ। ਕੀ ਸੁੰਦਰ ਇਸਤਰੀਆਂ ਜੋ ਮਨ ਨੂੰ ਮੋਹਦੀਆਂ ਹਨ ਤੈਨੂੰ ਗਾ ਰਹੀਆਂ ਨੇ। ਸੁਰਗ ਲੋਕ, ਮਾਤ ਲੋਕ, ਪਤਾਲ ਲੋਕ ਵੀ ਤੈਨੂੰ ਕੀ ਹੈ ਉਹ ਗਾ ਰਹੇ ਹਨ, ਤੈਨੂੰ ਸਲਾਹ ਰਹੇ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਜੇਤੇ 68 ਤੀਰਥ ਨਾਲੇ। ਗਾਵਨ ਤੁਧਨੋ ਜੂਦ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਜੇਤੇ 68 ਤੀਰਥ ਨਾਲੇ।
आखन लगे हे निरंकार जिन्ने भी तेरे पैदा किते हुए रतन ने वो 68 तीर्थां समेत तैनों गा रहे हैं, तैनों सलाह रहे हैं। क्योंकि पुरातन समय दे विच जदों असीं हिंदू धर्म की विचार करते हैं उहदे विच 68 तीर्थां का बहुत महत्व है। अते इसे तरह आखन लगे कि रत्ना समेत 68 तीर्थ वे तैनों ही सलाह रहे हैं। गावन तुदनो जोध महाबल सूरा, गावन तुदनो खाणी चारे चारे खाणियां। आखन लगे वड्डे बल वाले जिहड़े ने वो जोधे, जोध महाबल वड्डे बल वाले, तकड़े बल वाले, बहुत ज़्यादा समर्था वाले योधे अते सूरा अते तकड़े सूरमे की तेरी वडियाई कर रहे हैं, तैनूं सलाह रहे हैं। गावन तुदनो खाणी चारे अते चारे खाणियां। आखन लगे कि ये चौहां ही खाणियां दे जीव जंत तैनूं गा रहे हैं। गुरबाणी दे विच चार खाणियां दी गल भी है, गुरबाणी दे विच कीतियां खाणी कीतियां बाणी दी भी गल है। कहंदा भाव अजे तक मनुख जिहड़ा है वो चार खाणियां तक ही पहुंचे है, इस करके चार खाणियां दी गल है। भाव चार थावां तो जीव की है वो उत्पन्न होंदे है। किहड़ियां किहड़ियां चार खाणियां जी सरदार कृपाल सिंह जी, जिथों जीव पैदा होंदे है? जेर राही पैदा होने वाले जीव, आंडिया राही, हाँ जी, सेतज राही अते उत्पुज, भाव कि पढ़ास राही, पसीने राही भी इत्यादि। भाव चार तरीकों नाल जीव जिहड़े ने वो पैदा होंदे है। अजे तक ये खोज है, पर सतगुरु पातशाह जी ने पावन बाणी विच चार खाणियां भी आख्या ते बेअंत खाणियां भी कहा है। गावन तुदनो खंड मंडल ब्रह्मंडा करका रखे तेरे धारे। आखन लगे सारी सृष्टि अते सारी सृष्टि दे खंड अते चक्कर अते जो तू पैदा करके टिकाए हुए ने। भाव कि ये सारे ब्रह्मंडां नूं सारे संसार नूं बना के जिवें जिवें तू टिकाया होया सब नूं अपनी अपनी थां दे उत्ते ये सारे ही तैनों गा रहे हैं। कर कर रखे तेरे धारे। हुण देखो गुरु नानक साहब पातशाह जी ये की हुण कह देखो खंड मंडल ब्रह्मंडा। हुण उदों तक एशिया दे विच तां अजिही खोज अजे बहुत घट हुई है ना कि ब्रह्मंड भी है, खंड भी है, जां होर भी तारे कई कुछ है कि ये आसमान दे विच है ते सारे आपो अपनी थां ते टिकाए भी होए है। ते पातशाह जी उदों करके कर कर रखे तेरे धारे। धारे भाव टिकाए होए कि सारे पैदा भी तू आप कीते है ते सारियां नूं थां पर थां टिकाया भी तू आप ही है। अते पतालां पताल लख आगासां आगास। ये भी गुरु नानक साहब पातशाह जी लिखते कि इत्थे एक पताल ते एक आगास नहीं है, इत्थे ते लखां दे रूप विच पताल ने ते लखां दे विच ही जिहड़े आकाश ने। कहण दा भाव कि साइंस अज खोज कर रही है कि धरती एक रेत दी बरीक किणके जिन्नी है, जिवें मुठ भर लईए ते उहदे विच किणके आ जांदे है ना, इस तरह ब्रह्मंड है ते उहदे विच एक किणके दे वांग ये धरती है कि इन्नी छोटी इन्ना ज़्यादा जिहड़ा ब्रह्मंड ही भरिया होया है। ते अगे आख रहे हैं से तुदनों गावन जो तुद भावन रते तेरे भगत रसाले। होर केते तुदनो गावन से मैं चित न आवन नानक क्या बिचारे। बिचारे आखन लगे कि से तुदनो गावन जो तुद भावन कि अकाल पुरख असल विच तां ओह तेरे प्रेम विच रसे होए रते होए भगत जन तैनूं गाउंदे हन जो तैनूं चंगे लगदे ने, जो तैनूं भाउंदे ने। रते तेरे भगत रसाले। रसाले भाव रस समेत जिन्हां दे अंदर शरधा प्रेम रस बनिया होया है अते तैनूं चंगे लगदे है, ओह तैनूं गाउंदे हन।
होर केते तुधनु गावन, से मैं चित ना आवन। नानक क्या विचारे आखन लगे, होर अनेकां जीव तैनू गा रहे है, ਜਿਹੜੇ ਮੈਥੋਂ ਗਿਣੇ नहीं जा सकते, ਜਿਹੜੇ मेरे चित्त विच नहीं आ सकते, जिन्हां बारे मैं सोच ही नहीं सकता। भला नानक विचारा की विचार कर सकता है, की आख सकता है इस बारे, ਜਿਹੜੇ ਤੈਨੂੰ ਗਾ ਰਹੇ ने पर मेरे चित्त विच ਉਹ नहीं आ रहे ਹਨ, भाव मेरी सोच तो भी ਉਹ ਪਰਾਂ ਹਨ। सोए सोए सदा सच, साहिब साचा साची नाई। है पी होसी जाए ना जासी, रचना जिन रचाई। रंगे रंगे भांति जिनसी, माया जिन उपाई। सोई सोई सदा सच, साहिब साचा साची नाई। आखन लगे ओ सोई सोई, सदा ओही है, सदा थिर है, सदा सच। ओ मालक सदा ही सच है, सदा ही थिर है। साचा साहिब साचा, मालक वो सदा अटल है, सदा थिर है। साची नाई, ओदी वडियाई भी सदा अटल है भी होसी जाए ना जासी, रचना जिन रचाई। आखन लगे जिस अकाल पुरख ने ये रचना रचाई है, ये सृष्टि बनाई है, पैदा की है, वो इस वेले मौजूद है भी होसी अते सदा रहेगा। अते अगे कहते हैं जाए ना जासी, कहते ना ते ओ जम्मिया है ते ना ही ओ मरेगा, भाव कि ना उदा जन्म है ते ना उदा मरण है। रंगी रंगी भांति जिनसी, माया जिन उपाई। कहते जिस अकाल पुरख ने रंगां रंगां दी कई किस्मां दी ਅਤੇ ਜਿਨਸਾਂ ਦੀ ਮਾਇਆ ਜਿਹੜੀ ਉਪਾਈ ਹੈ, ਪੈਦਾ ਕੀਤੀ ਹੈ, ਰਚ ਦਿੱਤੀ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੇ, ਫਿਰ हुक्म न करना जाए। सो पातशाह शाह पत साहिब, नानक रहन रजाई। कर कर देखै कीता अपना, ज्यों तिस दी वडियाई। कि ਉਹ ਜਿਵੇਂ ਉਸ ਦੀ ਰਜ਼ਾ ਹੈ, ਭਾਵ ਜਿੱਡਾ ਕੁ ਵੱਡਾ ਉਹ ਆਪ ਹੈ, ਓਨੇ ਵੱਡੇ ਜਿਗਰੇ ਦੇ ਨਾਲ ਉਹ ਕੀ ਹੈ, ਆਪਣੇ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ। ਕਰ ਕਰ ਦੇਖੈ, ਭਾਵ ਪੈਦਾ ਕਰ ਕਰਕੇ ਦੇਖੈ ਤੋਂ ਭਾਵ ਸੰਭਾਲਦਾ ਹੈ। ਕੀਤਾ अपना जिहड़ा उन्हें ये सारा संसार सारी सृष्टि नूं पैदा कीता है, ज्यों तिस दी वडियाई, जिवें ओदी वडियाई, जिवें ओदी रज़ा है, उस तरीके दे नाल पैदा करके बना के सृष्टि की संभाल वो कर रही है। जो तिस भावै सोई करसी, फिर हुक्म ना करना जाई। कहंदे जो कुछ अकाल पुरख नूं भाउंदा है, सोई करसी, वो ओही करेगा। ਅਤੇ फिर हुक्म ना करना जाई, फिर किसी जीव पासों परमात्मा अगे हुक्म नहीं किया जा सकता, उन्होंने सलाह नहीं दी जा सकती, उन्होंने ये नहीं आख्या जा सकता कि उसनों ये नहीं आख्या जा सकता कि इयों ना करी इयों कर, इंज ना कर इंज कर, भाव उन्होंने सलाह नहीं दी जा सकती, उन्होंने हुक्म नहीं किया जा सकता। सो पातशाह शाह पत साहिब, नानक रहन
रजाई आखन लगे अकाल पुरख पातशाह है अते शाहां दा शाह है मालक है। ते नानक सानू उस दी रजा विच रहना ही चंगा लगदा है। नानक रहन रजाई असीं ओदी रजा विच ही रहीए सानू यही चंगा लगदा है। यही उस दी वडियाई है, यही ओनू भाउंदा है, यही ओनू चंगा लगदा है। इसे तरह गुरु नानक साहब पातशाह जी ने जपजी साहब के अंदर भी इसे पौड़ी नूं जिहड़ा है उचारण कीता है, दर्ज कीता है। फिर सोदर की बाणी आपां संध्या वेले उस समय भी हुण आसा राग आरंभ हो रहा है, इत्थे ये शब्द तीजी वार दर्ज किया होया है। तो जिस जपजी साहब दे विच पिछों जाके वेखीए तो उत्थे भी है हुक्म रजाई चलना नानक लिखिया, नाल इत्थे भी हुण इहो ही है नानक रहन रजाई, भाव ओदी रजा विच रहना ही चंगा है। जो ओदी रजा विच है उही भला है, उही चंगा है, उही उन्नू चंगे लगदे है, उही उन्नू जिहड़ा है वो पाउंदे हन। होईयां भुल्लां दी खिमा। वाहिगुरू जी का खालसा वाहिगुरू जी की फतेह।